ਅੱਜ ਦੀ ਇਹ ਵੀਡੀਓ ਪੰਜਾਬੀ ਬਾਤਚੀਤ ਵਾਰਤਕ ਰਚਨਾ ਦਾ ਸੱਭਿਆਚਾਰਿਕ ਪਰਿਪੇਖ ਜਾਂ ਪੰਜਾਬੀ ਬਾਤਚੀਤ ਵਾਰਤਕ ਰਚਨਾ ਇੱਕ ਸੱਭਿਆਚਾਰ ਦਸਤਾਵੇਜ਼ ਵਜੋਂ। ਇਸ ਰਚਨਾ ਵਿੱਚ ਸ਼ਰਧਾ ਰਾਮ ਫਲੋਰੀ ਨੇ ਪੰਜਾਬੀ ਸਾਹਿਤ ਨੂੰ, ਪੰਜਾਬੀ ਜੀਵਨ ਨੂੰ 3 ਭਾਗਾਂ ਦੇ ਵਿੱਚ ਵੰਡ ਕੇ ਪੇਸ਼ ਕੀਤਾ ਹੈ, ਜਿਸ ਦਾ ਮੁੱਖ ਮਕਸਦ ਸੀ ਕਿ ਪੰਜਾਬ ਦੇ ਜੀਵਨ ਨੂੰ, ਪੰਜਾਬ ਦੇ ਸੱਭਿਆਚਾਰ ਨੂੰ ਪੂਰਨ ਰੂਪ ਵਿੱਚ ਇਸ ਕਿਤਾਬ ਵਿੱਚ ਪੇਸ਼ ਕੀਤਾ ਜਾ ਸਕੇ। ਭੂਮਿਕਾ ਵਿੱਚ ਲੇਖਕ ਖੁਦ ਲਿਖਦਾ ਹੈ ਕਿ ਪਹਿਲੇ ਭਾਗ ਦੇ ਵਿੱਚ ਮਾਝੇ ਦੇ ਲੋਕਾਂ ਦਾ ਜੀਵਨ, ਕਾਰ ਵਿਹਾਰ ਅਤੇ ਸੱਭਿਆਚਾਰ ਨੂੰ ਚਿਤਰਿਆ ਗਿਆ ਹੈ, ਜਿਹਦੇ ਵਿੱਚ ਮਾਝੇ ਦੇ ਸ਼ਹਿਰੀਆਂ, ਗਵਾਰਾਂ, ਮਨੁੱਖਾਂ, ਤੀਵੀਆਂ, ਮੁੰਡਿਆਂ ਔਰ ਕੁੜੀਆਂ ਔਰ ਮੁਟਿਆਰਾਂ ਦੀਆਂ ਬੋਲੀਆਂ ਔਰ ਰੀਤਾਂ, ਗੀਤ, ਖੇਲਾਂ ਆਦਿ ਜਿਹੜਾ ਹੈਗਾ ਉਹ ਲਿਖਿਆ ਗਿਆ ਹੈ। ਦੂਸਰੇ ਭਾਗ ਦੇ ਵਿੱਚ ਦੁਆਬੇ ਦੇ ਲੋਕਾਂ ਦੇ ਜੀਵਨ ਦਾ ਵਿਸਥਾਰ ਸਹਿਤ ਜਾਣਕਾਰੀ ਔਰ ਦੁਆਬੇ ਦੀਆਂ ਸ਼ਹਿਰੀਆਂ, ਗਵਾਰਾਂ, ਮੁੰਡਿਆਂ, ਕੁੜੀਆਂ ਦੀਆਂ ਬੋਲੀਆਂ, ਖੇਲਾਂ ਔਰ ਰੀਤਾਂ ਲਿਖੀਆਂ ਹਨ। ਤੀਸਰੇ ਭਾਗ ਦੇ ਵਿੱਚ ਦੁਆਬੇ ਦੇ ਮੁਸਲਮਾਨਾਂ, ਕਾਂਗੜੇ ਦੇ ਪਹਾੜੀਆਂ ਅਤੇ ਮਾਲਵੇ ਦੇ ਲੋਕਾਂ ਦੇ ਜੀਵਨ ਅਤੇ ਚੱਜ ਆਚਾਰ ਨੂੰ ਪੇਸ਼ ਕੀਤਾ ਗਿਆ ਹੈ। ਤਾਂ ਜਿਸ ਤਰ੍ਹਾਂ ਇਸ ਰਚਨਾ ਦਾ ਸ਼ਰਧਾ ਰਾਮ ਫਲੋਰੀ ਦਾ ਮੁੱਖ ਮਕਸਦ ਸੀ ਕਿ ਪੰਜਾਬੀ ਜੀਵਨ ਨੂੰ, ਪੰਜਾਬੀ ਸੱਭਿਆਚਾਰ ਨੂੰ ਇਸ ਪੁਸਤਕ ਦੇ ਵਿੱਚ ਪੇਸ਼ ਕਰਨਾ। ਇਸੇ ਚੀਜ਼ ਨੂੰ ਧਿਆਨ ਵਿੱਚ ਰੱਖਦਿਆਂ ਲੇਖਕ ਜੋ ਹੈ ਉਹ ਆਪਣੀ ਰਚਨਾ ਨੂੰ ਸੱਭਿਆਚਾਰ ਦੇ ਦੁਆਲੇ ਕੇਂਦਰਿਤ ਕਰਦਾ ਹੈ। ਮਾਲਵੇ ਦਾ ਸਮੁੱਚਾ ਜੀਵਨ, ਮਾਝੇ ਦਾ ਸਮੁੱਚਾ ਜੀਵਨ ਇਸ ਰਚਨਾ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਪੰਜਾਬ ਨੂੰ ਅਸੀਂ 3 ਭਾਗਾਂ ਵਿੱਚ, ਭੂਖੰਡ ਦੇ ਤੌਰ ਤੋਂ 3 ਭਾਗਾਂ ਵਿੱਚ ਵੰਡ ਕੇ ਵੇਖਦੇ ਹਾਂ: ਮਾਝਾ, ਮਾਲਵਾ, ਦੁਆਬਾ। ਜਿਸ ਸਮੇਂ ਦੀ ਇਹ ਰਚਨਾ ਹੈ ਉਸ ਸਮੇਂ ਪਹਾੜੀ ਖੇਤਰ ਵੀ ਇਹਦੇ ਵਿੱਚ ਸ਼ਾਮਿਲ ਹੈ। ਤਾਂ ਸੱਭਿਆਚਾਰਕ ਦਸਤਾਵੇਜ਼ ਵਜੋਂ ਵਿਚਾਰਨ ਤੋਂ ਪਹਿਲਾਂ ਹੀ ਅਸੀਂ ਇਸ ਵਿਸ਼ੇ ਨੂੰ, ਇਸ ਗੱਲ ਨੂੰ ਸਪਸ਼ਟ ਕਰ ਲੈਂਦੇ ਹਾਂ ਕਿ ਇਹ ਕਿਤਾਬ ਲਿਖਣ ਦੇ ਪਿੱਛੇ ਮਕਸਦ ਹੀ ਸੀ ਕਿ ਪੰਜਾਬੀ ਜਨ ਜੀਵਨ ਨੂੰ ਪੇਸ਼ ਕੀਤਾ ਜਾਵੇ, ਪੰਜਾਬੀ ਲੋਕਾਂ ਦਾ ਜਿਹੜੀ ਜੀਵਨ ਦੀ ਜਾਣਕਾਰੀ ਜਿਹੜੀ ਹੈਗੀ ਇਹਦੇ ਵਿੱਚ ਦਿੱਤੀ ਜਾਵੇ। ਸਭ ਤੋਂ ਪਹਿਲਾਂ ਸੱਭਿਆਚਾਰ ਕੀ ਹੈ? ਸੱਭਿਆਚਾਰ ਸਾਡੇ ਮਨੁੱਖੀ ਜੀਵਨ ਜਾਂਚ ਨੂੰ ਸੱਭਿਆਚਾਰ ਅਸੀਂ ਕਹਿੰਦੇ ਹਾਂ। ਸਾਡੇ ਜੀਵਨ ਦਾ ਆਚਾਰ ਵਿਹਾਰ ਕੀ ਹੈ, ਅਸੀਂ ਸਮਾਜ ਵਿੱਚ ਕਿਵੇਂ ਵਿਚਰਦੇ ਹਾਂ, ਸਾਡੀ ਉਪਜੀਵਿਕਾ ਦੇ ਕੀ ਸਾਧਨ ਨੇ, ਸਾਡੀ ਰਹਿਣੀ ਸਹਿਣੀ ਕਿਸ ਤਰ੍ਹਾਂ ਦੀ ਹੈ, ਸਾਡਾ ਬੋਲ ਚਾਲ ਕਿਸ ਤਰ੍ਹਾਂ ਦੀ ਹੈ, ਸਾਡੇ ਰਸਮ ਰਿਵਾਜ, ਸਾਡੇ ਧੰਦੇ, ਕੰਮ ਧੰਦੇ, ਸਭ ਕੁਛ ਹੀ ਸਾਡਾ ਜਿਹੜਾ ਹੈਗਾ ਉਹ ਸੱਭਿਆਚਾਰ ਦੇ ਵਿੱਚ ਸ਼ਾਮਿਲ ਹੈ। ਕਿਉਂਕਿ ਜਦੋਂ ਅਸੀਂ ਜੀਵਨ ਜਾਂਚ ਸ਼ਬਦ ਵਰਤ ਲੈਂਦੇ ਹਾਂ ਤਾਂ ਜੀਵਨ ਜਾਂਚ ਜਿਹੜਾ ਹੈਗਾ ਮਨੁੱਖ ਦੀ ਰਹਿਣੀ ਬਹਿਣੀ ਸ਼ਾਮਿਲ ਹੋ ਜਾਂਦੀ ਹੈ। ਤਾਂ ਇਸ ਤਰ੍ਹਾਂ ਇਸ ਕਿਤਾਬ ਦੇ ਵਿੱਚ ਜਿਹੜਾ ਹੈਗਾ ਉਹ ਪੰਜਾਬੀ ਜਨ ਜੀਵਨ ਨੂੰ ਪੇਸ਼ ਕੀਤਾ ਗਿਆ। ਲੇਖਕ ਨੇ 3 ਭੂਖੰਡ ਜਿਹੜੇ ਹੈਗੇ ਉਹ ਲੈ ਕੇ 3 ਭੂਖੰਡਾਂ ਦੇ ਵਿੱਚ ਜਿਹੜਾ ਹੈਗਾ ਉਹ ਵੱਖ-ਵੱਖ ਇਲਾਕਿਆਂ ਦੇ ਵਿੱਚ, ਵੱਖ-ਵੱਖ ਖਿੱਤਿਆਂ ਦੇ ਵਿੱਚ ਕਿਸ ਤਰ੍ਹਾਂ ਦੀ ਭਾਸ਼ਾ ਬੋਲੀ ਜਾਂਦੀ ਹੈ, ਕਿਸ ਤਰ੍ਹਾਂ ਦੇ ਜਿਹੜੇ ਹੈਗੇ ਉਹ ਰਸਮ ਰਿਵਾਜ਼ ਕੀਤੇ ਜਾਂਦੇ ਨੇ, ਇਸ ਨੂੰ ਪੇਸ਼ ਕੀਤਾ ਹੈ। ਰਸਮ ਰਿਵਾਜ਼ਾਂ ਦੇ ਪੱਖ ਤੋਂ ਸਾਹੇ ਚਿੱਠੀ ਤੋਂ ਲੈ ਕੇ, ਸਾਹੇ ਚਿੱਠੀ ਕਿਸ ਨੂੰ ਕਿਹਾ ਜਾਂਦਾ? ਸਾਹਾ ਚਿੱਠੀ ਵਿਆਹ ਦੀ ਜਿਹੜੀ ਹੈਗੀ ਉਹ ਤਰੀਕ, ਮਿਤੀ ਜਿਹੜੀ ਨਿਸ਼ਚਿਤ ਕਰਨ ਦੀ, ਜਿਹੜੀ ਜਿਸ ਦਾ ਚਿੱਠੀ ਦੇ ਰਾਹੀਂ ਇਹ ਜਾਣਕਾਰੀ ਦਿੱਤੀ ਇਹਨੂੰ ਸਾਹਾ ਚਿੱਠੀ ਕਿਹਾ ਗਿਆ। ਫਿਰ ਮੰਗਣਾ, ਕਿਸ ਤਰ੍ਹਾਂ ਜਿਹੜਾ ਹੈਗਾ ਉਹ ਲੜਕੇ ਵਾਲੇ ਲੜਕੀ ਨੂੰ ਅਤੇ ਲੜਕੀ ਵਾਲੇ ਲੜਕੇ ਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦੀਆਂ ਵਸਤਾਂ ਦੇ ਨਾਲ ਜਿਹੜਾ ਹੈਗਾ ਉਹ ਮੰਗਣਾ ਜਾਂ ਸ਼ਗਨ ਭੇਜਦੇ ਹੈ। ਫਿਰ ਵਿਆਹ, ਫਿਰ ਮੁਕਲਾਵਾ। ਇਸ ਤਰ੍ਹਾਂ ਪੂਰਨ ਰੂਪ ਵਿੱਚ 3 ਹੀ ਭਾਗਾਂ ਦੇ ਵਿੱਚ ਜਿਹੜਾ ਹੈਗਾ ਉਹ ਮਾਝਾ, ਮਾਲਵਾ ਅਤੇ ਦੁਆਬਾ ਖੇਤਰ ਦੇ ਵਿੱਚ ਕਿਸ ਤਰ੍ਹਾਂ ਦੀ ਇਹ ਪ੍ਰਕਿਰਿਆ ਚੱਲਦੀ ਹੈ, ਵਿਸਥਾਰਪੂਰਵਕ ਜਿਹੜਾ ਹੈਗਾ ਇਸ ਰਚਨਾ ਦੇ ਵਿੱਚ ਪੇਸ਼ ਕੀਤਾ ਗਿਆ। ਰਸਮਾਂ ਰਿਵਾਜ਼ਾਂ ਦੇ ਵਿੱਚ ਵਿਆਹ ਦੀਆਂ ਰਸਮਾਂ ਤੋਂ ਇਲਾਵਾ ਮਰਨ ਦੀਆਂ ਰੀਤਾਂ, ਕਿ ਕਿਸ ਤਰ੍ਹਾਂ ਮੌਤ ਜਿਹੜੀ ਹੈਗੀ ਹੈ ਉਹ ਉਮਰ ਦੇ ਹਿਸਾਬ ਨਾਲ, ਜੇਕਰ ਕਿਸੇ ਬੁੱਢੇ ਦੀ ਮੌਤ ਹੈ ਤਾਂ ਉਹਦੇ ਲਈ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਵਿਵਾਨ ਕੱਢਿਆ ਜਾਂਦਾ ਹੈ, ਜੇਕਰ ਕਿਸੇ ਨੌਜਵਾਨ ਦੀ ਮੌਤ ਹੈ ਤਾਂ ਉਹਦੇ ਲਈ ਸਿਆਪਾ ਜਾਂ ਕਿਸ ਤਰ੍ਹਾਂ ਦੀਆਂ ਰੀਤਾਂ ਕੀਤੀਆਂ ਜਾਂਦੀਆਂ ਨੇ, ਕਿਸ ਤਰ੍ਹਾਂ ਉਹ ਦੁੱਖ ਨੂੰ ਜਿਹੜਾ ਵੰਡਿਆ ਜਾਂਦਾ ਹੈ, ਦੁੱਖ ਨੂੰ ਜਿਹੜਾ ਹੈ ਕਿਵੇਂ ਪੇਸ਼ ਕੀਤਾ ਜਾਂਦਾ ਹੈ। ਮੌਤ ਸੰਸਕਾਰ ਵੀ ਜਿਹੜੇ ਹੈਗੇ ਉਹ ਅਲੱਗ-ਅਲੱਗ ਹੈ। ਨੌਜਵਾਨ ਦੀ ਮੌਤ ਸਮੇਂ, ਬੁੱਢੇ ਦੀ ਮੌਤ ਸਮੇਂ ਜਾਂ ਨੌਜਵਾਨ ਔਰਤ ਦੀ ਮੌਤ ਸਮੇਂ ਕਿਸ ਤਰ੍ਹਾਂ ਦਾ ਪਹਿਰਾਵਾ, ਕਿਸ ਤਰ੍ਹਾਂ ਉਹਦੇ ਰੀਤੀ ਰਿਵਾਜ ਜਿਹੜੇ ਹੈਗੇ ਉਹ ਸਾਰਾ ਕੁਛ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ। ਇਸ ਤੋਂ ਇਲਾਵਾ ਮਨ ਪਰਚਾਵੇ ਦੇ ਸਾਧਨ, ਮਨੁੱਖੀ ਮਨ ਜਿਹੜਾ ਹੈਗਾ ਉਹ ਪਰਚਾਉਣ ਦੇ ਲਈ
ਬੱਚੇ ਤੋਂ ਲੈ ਕੇ ਬੁੱਢੇ ਤੱਕ ਦੀਆਂ ਜਿਹੜੀਆਂ ਹੈਗੀਆਂ ਉਹ ਹਰ ਵਰਗ ਦੇ ਲੋਕਾਂ ਦੀਆਂ ਮਨ ਪਰਚਾਵੇ ਦੇ ਸਾਧਨ ਇਸ ਵਿੱਚ ਸ਼ਾਮਲ ਕੀਤੇ ਗਏ ਹੈ। ਜਿਵੇਂ ਕੁੜੀਆਂ ਦੀਆਂ ਖੇਡਾਂ ਨੇ, ਚੁਟਾਲਾ ਪਾਉਂਦੀਆਂ ਨੇ, ਬੁਝਾਰਤਾਂ ਪਾਉਂਦੀਆਂ ਨੇ, ਜਾਂ ਜਿਹੜਾ ਹੈਗਾ ਕਥਾਵਾਂ ਸੁਣਦੀਆਂ ਨੇ, ਤਾਂ ਕਥਾਵਾਂ ਪਾਈਆਂ ਜਾਂਦੀਆਂ ਨੇ, ਕਹਾਣੀਆਂ ਸੁਣੀਆਂ ਜਾਂਦੀਆਂ ਨੇ। ਇਸੇ ਤਰ੍ਹਾਂ ਹੀ ਜਿਹੜਾ ਹੈਗਾ ਉਹ ਬੁੱਢਿਆਂ ਅਤੇ ਮੁੰਡਿਆਂ ਦੀਆਂ ਖੇਡਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਹੈ। ਇੱਕ ਜਿਹੜੀ ਅਹਿਮ ਗੱਲ ਹੈ ਪਹਿਲੇ ਪਾਠ ਦੇ ਵਿੱਚ ਹੀ ਕਿ ਜਦੋਂ ਅਸੀਂ ਪੰਜਾਬੀ ਜਨ ਜੀਵਨ ਦੀ ਗੱਲ ਕਰਦੇ ਹਾਂ ਤਾਂ ਉਹਦੇ ਪ੍ਰਮੁੱਖ ਕਿਰਦਾਰ ਜਿਹੜੇ ਹੈਗੇ ਆ ਉਹ ਵੀ ਇਹਦੇ ਵਿੱਚ ਦੇਖਣ ਨੂੰ ਮਿਲਦੇ ਆ। ਗਲੀ ਵਾਲਾ ਜਿਹੜਾ ਹੈਗਾ ਉਸ ਲੇਖ ਦੇ ਵਿੱਚ ਗਲੀ ਦੇ ਦ੍ਰਿਸ਼ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਛਾਬੜੀ ਵਾਲਾ ਆਉਂਦਾ ਹੈ ਅਤੇ ਛਾਬੜੀ ਵਾਲੇ ਦੇ ਆਉਣ ਦੇ ਨਾਲ ਗਲੀ ਦੇ ਵਿੱਚ ਰੌਣਕ ਆ ਜਾਂਦੀ ਹੈ। ਸਾਰੇ ਘਰਾਂ ਦੀਆਂ ਔਰਤਾਂ ਕੁੜੀਆਂ ਜਿਹੜੀਆਂ ਹੈਗੀਆਂ ਉਹ ਛਾਬੜੀ ਵਾਲੇ ਤੋਂ ਕੁਛ ਨਾ ਕੁਛ ਖਰੀਦਣ ਦੇ ਲਈ ਜਿਹੜਾ ਹੈ ਗਲੀ ਦੇ ਵਿੱਚ ਆ ਜਾਂਦੀਆਂ ਨੇਗੀਆਂ। ਤਾਂ ਨਾਲ ਦੀ ਨਾਲ ਉੱਥੇ ਲੋਕ ਪਕਵਾਨ ਜਿਹੜੇ ਹੈਗੇ ਆ ਉਹਨਾਂ ਦੀ ਵੀ ਵੈਰਾਈਟੀ, ਉਹਨਾਂ ਦੀ ਵੀ ਜਿਹੜੀ ਹੈਗੀ ਆ ਉਹ ਵੱਖ-ਵੱਖ ਤਰ੍ਹਾਂ ਦੇ ਲੋਕ ਪਕਵਾਨਾਂ ਦੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਸਲੂਣੇ, ਸੇਵੀਆਂ, ਪਾਪੜ, ਕਚੌਰੀਆਂ, ਇਸ ਤਰ੍ਹਾਂ ਜਿਹੜਾ ਹੈਗਾ ਖਾਣ ਪੀਣ ਦੀਆਂ ਚੀਜ਼ਾਂ ਦੀ ਵਿਸਤ੍ਰਿਤ ਜਾਣਕਾਰੀ ਇਸ ਰਚਨਾ ਦੇ ਵਿੱਚ ਮਿਲਦੀ ਹੈ ਕਿ ਪੰਜਾਬੀ ਲੋਕ ਜਿਹੜਾ ਹੈਗਾ ਕਿਸ ਤਰ੍ਹਾਂ ਦਾ ਖਾਣ ਪੀਣ, ਕਿਸ ਤਰ੍ਹਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਪਸੰਦ ਹੈ। ਉਸ ਤੋਂ ਬਾਅਦ ਇਸੇ ਹੀ ਗਲੀ ਦੇ ਵਿੱਚ ਇੱਕ ਹੋਰ ਜਿਹਨੂੰ ਅਸੀਂ ਸੱਭਿਆਚਾਰਕ ਤੌਰ 'ਤੇ ਕਿਸ ਤਰ੍ਹਾਂ ਦਾ ਕਿਰਦਾਰ, ਜਿਹਨੂੰ ਵਣਜਾਰੇ ਦੇ ਨਾਂ ਨਾਲ ਲੇਖਕ ਦੱਸਦਾ ਕਿ ਵਣਜਾਰਾ ਆਉਂਦਾ ਹੈ। ਵਣਜਾਰਾ ਆਉਣ 'ਤੇ ਕੁੜੀਆਂ ਅਤੇ ਵਹੁਟੀਆਂ ਦੇ ਮਨਾਂ 'ਚ ਬੜਾ ਚਾਅ ਉਪ ਜਾਂਦਾ ਹੈ। ਕੋਈ ਬੰਗਾ ਲੈਂਦੀ ਹੈ, ਕੋਈ ਛੱਲਾ ਲੈਂਦੀ ਹੈ, ਕੋਈ ਮੁਲੰਮੇ ਦੇ ਵਾਲੇ ਲੈਂਦੀ ਹੈ, ਕੋਈ ਸ਼ਿੰਗਾਰ ਦੇ ਲਈ ਦੰਦਾਸਾ ਲੈਂਦੀ ਹੈ। ਤਾਂ ਇਸ ਤਰ੍ਹਾਂ ਚਰਚੋਲਰ ਜਿਹੜਾ ਹੈਗਾ ਗਲੀ ਦੇ ਵਿੱਚ ਪੈਂਦਾ ਅਤੇ ਫਿਰ ਉਹ ਇੱਕ ਬੁੱਢੀ ਬਜ਼ੁਰਗ ਔਰਤ ਜਿਹੜੀ ਹੈਗੀ ਉਸਨੂੰ ਝਿੜਕਦੀ ਹੈ, ਮਸ਼ਕਰੀਆਂ ਕਰਦੀਆਂ ਕੁੜੀਆਂ ਨੂੰ ਰੋਕਦੀ ਹੈ। ਫਿਰ ਤੀਸਰਾ ਪੱਖ ਜਿਹੜਾ ਹੈਗਾ ਉਹ ਤੀਸਰਾ ਜਿਹੜਾ ਦ੍ਰਿਸ਼ ਦੇ ਵਿੱਚ ਹੈਗਾ ਪਾਂਡਾ ਜਿਹੜਾ ਹੈਗਾ ਉਹ ਪੱਤਰੀ ਲੈ ਕੇ ਆਉਂਦਾ ਹੈ, ਜਿਹਨੂੰ ਪਹਿਲਾਂ ਹੀ ਪਤਾ ਹੈ ਕਿ ਇਸ ਘਰ ਦੇ ਵਿੱਚ ਕਿੰਨੇ ਜੀਅ ਹੈ, ਕਿਸ ਤਰ੍ਹਾਂ ਦਾ ਹਾਲਾਤ ਇਸ ਘਰ ਦਾ ਹੈ। ਤਾਂ ਉਹ ਜਾਣਕਾਰੀ ਜਿਹੜੀ ਹੈਗੀ ਉਹ ਔਰਤਾਂ ਨੂੰ ਦੇ ਕੇ ਉਹਨਾਂ ਤੋਂ ਕਿਸ ਤਰ੍ਹਾਂ ਉਹ ਅਣਭੋਲ ਔਰਤਾਂ ਨੂੰ ਜਿਹੜਾ ਹੈਗਾ ਲੁੱਟ ਕੇ ਲੈ ਜਾਂਦਾ ਹੈ, ਕਿਸੇ ਤੋਂ ਕੱਪੜੇ ਲੈ ਜਾਂਦਾ ਹੈ, ਕਿਸੇ ਤੋਂ ਪੈਸਾ ਲੈ ਜਾਂਦਾ ਹੈ, ਕਿਸੇ ਤੋਂ ਵਸਤੂ ਦੀਆਂ ਰੋਜ਼ਾਨਾ ਦੀਆਂ ਲੋੜਵੰਦ ਜਿਹੜੀ ਲੋੜ ਦੀਆਂ ਵਸਤੂਆਂ ਨੇ ਉਹ ਲੈ ਜਾਂਦਾ ਹੈ। ਤਾਂ ਇਸ ਤਰ੍ਹਾਂ ਇਹ ਸਾਡੇ ਪੰਜਾਬੀ ਸੱਭਿਆਚਾਰ ਦੇ ਪ੍ਰਮੁੱਖ ਪਾਤਰ, ਪ੍ਰਮੁੱਖ ਕਿਰਦਾਰ ਨੇ ਜੋ ਸਾਡੇ ਸਮਾਜ ਵਿੱਚ, ਜੋ ਸਾਡੇ ਆਲੇ ਦੁਆਲੇ ਦੇ ਵਿੱਚ ਆਮ ਹੀ ਵਿਚਰਦੇ ਜਿਹੜੇ ਹੈਗੇ ਉਹ ਮਿਲ ਜਾਂਦੇ ਸੀ। ਤਾਂ ਉਹਨਾਂ ਦੇ ਨਾਲ ਜਿਹੜਾ ਹੈਗਾ ਉਹ ਔਰਤਾਂ ਦਾ, ਪਿੰਡ ਦੇ ਲੋਕਾਂ ਦਾ ਵਿਵਹਾਰ ਕਿਸ ਤਰ੍ਹਾਂ ਦੀ ਹੈ, ਸਾਰਾ ਕੁਛ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ। ਇਸ ਤਰ੍ਹਾਂ ਇਸ ਰਚਨਾ ਦੇ ਵਿੱਚ ਇਕੱਲਾ ਮਨੁੱਖ ਜੀਵਨ ਹੀ ਨਹੀਂ, ਮਨੁੱਖ ਦੀ ਉਪਜੀਵਿਕਾ ਦੇ ਕੀ ਸਾਧਨ ਨੇਗੇ, ਕਿਵੇਂ ਸਲੂਣੇ ਵਾਲਾ, ਛਾਬੜੀ ਵਾਲਾ ਆਪਣੇ ਪਕਵਾਨ ਵੇਚ ਕੇ ਪੈਸੇ ਕਮਾਉਂਦਾ, ਕਿਵੇਂ ਵਣਜਾਰਾ ਆਪਣੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ, ਨਿੱਕੇ ਨਿੱਕੇ ਸ਼ਿੰਗਾਰ ਦੇ ਚੀਜ਼ਾਂ ਨੂੰ ਵੇਚ ਕੇ ਉਹਨਾਂ ਔਰਤਾਂ ਤੋਂ ਪੈਸੇ ਕਮਾਉਂਦਾ। ਅਤੇ ਫਿਰ ਇਸੇ ਤਰ੍ਹਾਂ ਹੀ ਪਾਂਡਾ ਜਿਹੜਾ ਹੈਗਾ ਉਹ ਟੇਵੇ ਲਾ ਕੇ ਆਪਣੀ ਪੱਤਰੀ ਦੇ ਨਾਲ ਕਿਵੇਂ ਉਹਨਾਂ ਔਰਤਾਂ ਤੋਂ ਜਿਹੜਾ ਹੈਗਾ ਉਹ ਪੈਸੇ ਵਸੂਲਦਾ। ਫਿਰ ਆਪਾਂ ਗੱਲ ਕਰਦੇ ਹਾਂ ਲੋਕ ਧਰਮ ਦੀ, ਕਿਉਂਕਿ ਧਰਮ ਜਿਹੜਾ ਹੈਗਾ ਉਹਦਾ ਵਿਸ਼ੇਸ਼ ਰੋਲ ਹੈ, ਵਿਸ਼ੇਸ਼ ਜਿਹੜਾ ਹੈਗਾ ਸਥਾਨ ਹੈ ਸਾਡੇ ਸਮਾਜ ਦੇ ਵਿੱਚ। ਤਾਂ ਜਦੋਂ ਅਸੀਂ ਪੰਜਾਬ ਦੇ ਸਮਾਜ ਨੂੰ ਦੇਖਦੇ ਹਾਂ ਤਾਂ ਸਿੱਖ ਧਰਮ ਅਤੇ ਹਿੰਦੂ ਧਰਮ ਦੋਵੇਂ ਜਿਹੜੇ ਹੈਗੇ ਆ ਇਸ 'ਤੇ ਮੁਸਲਮਾਨ ਤਿੰਨੇ ਜਿਹੜੇ ਹੈਗੇ ਉਹ ਧਰਮ ਇੱਥੇ ਪ੍ਰਚਲਿਤ ਰਹੇ ਆ। ਤਾਂ ਮਾਝੇ ਦੀ ਗੱਲ ਕਰਦੇ ਹਾਂ, ਅੰਮ੍ਰਿਤਸਰ ਦੀ ਗੱਲ ਕਰਦੇ ਹਾਂ, ਲੇਖਕ ਜਿਹੜਾ ਹੈਗਾ ਇਸ ਦੇ ਵਿੱਚ ਅੰਮ੍ਰਿਤਸਰ ਦੀ ਦਰਬਾਰ ਸਾਹਿਬ ਦੀ ਜਿਹੜੀ ਹੈਗੀ ਉਹ ਦ੍ਰਿਸ਼ ਨੂੰ ਪੇਸ਼ ਕਰਦਾ। ਅਤੇ ਉਸ ਤੋਂ ਬਾਅਦ ਅਗਲੇ ਪਾਠ ਦੇ ਵਿੱਚ ਦੇਵੀਆਂ 'ਤੇ ਜਾਣਾ, ਗੰਗਾ ਜੀ 'ਤੇ ਜਾਣਾ, ਇਸ ਤਰ੍ਹਾਂ ਜਿਹੜਾ ਹੈਗਾ ਇਸ ਰਚਨਾ ਦੇ ਵਿੱਚ ਵੱਖ-ਵੱਖ ਲੋਕ ਧਰਮਾਂ ਨੂੰ, ਵੱਖ-ਵੱਖ ਧਰਮਾਂ ਜਿਹੜਾ ਹੈਗਾ ਉਹ ਪੇਸ਼ ਕੀਤਾ ਗਿਆ। ਤਾਂ ਇਹਨਾਂ ਸਾਰੀਆਂ ਜੋ ਅਸੀਂ ਪੜ੍ਹ ਰਹੇ ਹਾਂ, ਜੋ ਅਸੀਂ ਵੇਖ ਰਹੇ ਹਾਂ, ਇਹਨਾਂ ਸਾਰੀਆਂ ਉਦਾਹਰਨਾਂ ਦੇ ਸਦਕਾ ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਸਾਡੀ ਪੰਜਾਬੀ ਬਾਤਚੀਤ ਕਿਤਾਬ ਹੈ ਉਹ ਇੱਕ ਦਸਤਾਵੇਜ਼ ਹੈ, ਇੱਕ ਚੱਲਦਾ ਫਿਰਦਾ ਪੰਜਾਬੀ ਸੱਭਿਆਚਾਰ ਦਾ ਦ੍ਰਿਸ਼ ਹੈ, ਜੋ ਕਿ ਸਾਨੂੰ ਰਚਨਾ ਦੇ ਰੂਪ ਵਿੱਚ ਵਾਰਤਕ ਦੇ ਰੂਪ ਵਿੱਚ ਜਿਹੜਾ ਹੈਗਾ ਉਹ ਸਾਨੂੰ ਸ਼ਾਰਦਾ ਰਾਮ ਫਲੋਰੀ ਨੇ ਪੇਂਟ ਕੀਤਾ। ਇਸ ਤਰ੍ਹਾਂ ਇਸ ਵੀਡੀਓ ਦਾ ਜਿਹੜਾ ਮੁੱਖ ਮਕਸਦ ਸੀ ਉਹ ਇਹੀ ਸੀ ਕਿ ਪੰਜਾਬੀ ਜਨ ਜੀਵਨ, ਪੰਜਾਬੀ ਸੱਭਿਆਚਾਰ ਨੂੰ ਜਿਹੜਾ ਹੈਗਾ ਇਸ ਵਿੱਚ ਪੇਸ਼ ਕਰਨਾ।